ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਟਰੈਵਲ ਪਾਬੰਦੀਆਂ ਦੇ ਬਾਰੇ ਕਰ ਦਿੱਤਾ ਐਲਾਨ। 22 ਫਰਵਰੀ ਤੋਂ ਲਾਗੂ ਹੋਣਗੇ ਨਿਯਮ। ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ ਵਰਕ ਪਰਮਿਟ ਬਾਰੇ ਅਪਡੇਟ। ਆਨਲਾਈਨ ਪੜ੍ਹਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਿਲੇਗਾ PGWP। ਕੈਨੇਡਾ ਦੇ ਲਈ ਕੋਵਿਡ-19 ਟੀਕੇ ਦੀ ਚਿੰਤਾ ਹੋਈ ਖਤਮ। ਟਰੂਡੋ ਤੋਂ ਸੁਣੋ ਕਿ ਕਿਵੇਂ ਮਿਲੇਗੀ ਵੈਕਸੀਨ। ਰਾਤ ਨੂੰ ਪੰਜਾਬ ਸਮੇਤ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਭੂਚਾਲ, ਵੱਡੇ ਨੁਕਸਾਨ ਤੋਂ ਹੋਇਆ ਬਚਾਅ। ਕੈਨੇਡਾ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ, ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਨੂੰ ਪ੍ਰਵਾਸੀਆਂ ਦੀ ਜ਼ਰੂਰਤ। 14 ਸਾਲ ਦੀ ਲੜਕੀ ਗੋਲੀ ਲੱਗਣ ਦੇ ਕਾਰਨ ਜ਼ਖਮੀ, ਹਸਪਤਾਲ ਦੇ ਵਿੱਚ ਲੜਕੀ ਦਾ ਚੱਲ ਰਿਹਾ ਇਲਾਜ। ਕੈਨੇਡਾ ਵੱਲੋਂ ਜੋ ਯਾਤਰੀਆਂ ਦੇ ਵਾਸਤੇ ਕੈਨੇਡਾ ਆਉਣ ਵਾਲੇ ਨੇ ਨਵੇਂ ਨਿਯਮ ਐਲਾਨੇ ਗਏ ਸਨ, ਉਹ ਹੁਣ 22 ਫਰਵਰੀ ਤੋਂ ਲਾਗੂ ਹੋਣਗੇ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਕੈਨੇਡਾ ਵੱਲੋਂ ਲਾਜ਼ਮੀ ਕੀਤਾ ਗਿਆ ਹੈ, ਪਹਿਲਾਂ ਤਾਂ ਕੈਨੇਡਾ ਆਉਣ ਵਾਲੇ ਹਰ ਯਾਤਰੀ ਨੂੰ 에ਅਰਪੋਰਟ ਦੇ ਉੱਪਰ ਕੋਵਿਡ-19 ਨੈਗੇਟਿਵ PCR ਟੈਸਟ ਦਿਖਾਉਣਾ ਪਵੇਗਾ। ਉਸ ਤੋਂ ਬਾਅਦ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਪਵੇਗਾ, ਜੋ ਕਿ ਆਪਣੇ ਖਰਚੇ ਦੇ ਉੱਪਰ ਕੀਤਾ ਜਾਵੇਗਾ। ਇਸ ਦਾ ਖਰਚਾ $2000 ਤੱਕ ਦਾ ਦੱਸਿਆ ਗਿਆ ਹੈ। 22 ਫਰਵਰੀ ਤੋਂ ਇਹ ਜਾਰੀ ਹੋਣ ਜਾ ਰਹੇ ਨੇ ਨਿਯਮ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਖੁਦ ਇਸ ਦੀ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਆਉਣ ਵਾਲਿਆਂ ਵਾਸਤੇ ਹੋਟਲ ਕੁਆਰੰਟੀਨ ਫਰਵਰੀ 22 ਤੋਂ ਸ਼ੁਰੂ ਹੋਵੇਗਾ। ਆਉਣ ਵਾਲੇ ਯਾਤਰੀਆਂ ਦੇ ਲਈ ਨਵੀਆਂ ਪਾਬੰਦੀਆਂ ਦੀ ਸ਼ੁਰੂਆਤ 22 ਫਰਵਰੀ ਤੋਂ ਹੋਣ ਜਾ ਰਹੀ ਹੈ। ਨਵੀਆਂ ਪਾਬੰਦੀਆਂ, ਜਿਸ ਦੇ ਵਿੱਚ ਬਾਰਡਰ ਰਾਹੀਂ ਵੀ ਆਉਣ ਵਾਲੇ ਨੂੰ ਆਪਣੀ ਕੋਵਿਡ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਇਸ ਤੋਂ ਟਰੱਕਰਜ਼ ਅਤੇ ਹੈਲਥ ਕੇਅਰ ਵਰਕਰਜ਼ ਨੂੰ ਰਾਹਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਕਿਹਾ ਕਿ ਅਸੀਂ ਲੋਕਾਂ ਨੂੰ ਸਜ਼ਾ ਨਹੀਂ ਦੇ ਰਹੇ, ਬਲਕਿ ਉਹਨਾਂ ਦੀ ਸੁਰੱਖਿਆ ਦੇ ਲਈ ਹੀ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦੱਸੀਏ ਕਿ ਕੈਨੇਡਾ ਵੱਲੋਂ ਜਨਵਰੀ 7 ਤੋਂ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਆਉਣ ਵਾਲੇ ਹਰ ਯਾਤਰੀ ਨੂੰ 에ਅਰਪੋਰਟ ਦੇ ਉੱਪਰ ਆਪਣਾ ਕਰੋਨਾ ਨੈਗੇਟਿਵ ਟੈਸਟ ਦਿਖਾਉਣਾ ਪਵੇਗਾ ਅਤੇ ਨਾਲ ਹੀ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਕੁਆਰੰਟੀਨ ਵੀ ਕਰਨਾ ਪਵੇਗਾ। ਜੇਕਰ ਤੁਹਾਡੀ ਨੈਗੇਟਿਵ ਰਿਪੋਰਟ ਆਉਂਦੀ ਹੈ ਤਾਂ ਤੁਸੀਂ ਘਰੇ ਆਪਣੇ ਆਪ ਨੂੰ ਕੁਆਰੰਟੀਨ ਕਰ ਸਕਦੇ ਹੋ। ਜੇਕਰ ਪੋਜ਼ਿਟਿਵ ਆਵੇਗੀ ਤਾਂ ਸਰਕਾਰੀ ਥਾਂ ਦੇ ਉੱਪਰ ਇਕਾਂਤਵਾਸ ਕਰਨਾ ਪਵੇਗਾ। ਇਹ ਸਭ ਕੁਝ ਆਉਣ ਵਾਲੀ ਯਾਤਰੀ ਨੂੰ ਆਪਣੇ ਖਰਚੇ ਦੇ ਉੱਪਰ ਕਰਨਾ ਪਵੇਗਾ ਅਤੇ ਇਸ ਦੇ ਉੱਪਰ ਖਰਚਾ $2000 ਤੱਕ ਦਾ ਆਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Just like vaccines, I know that border measures are also on a lot of people's minds. Recently, I had a great chat with Annette from Ottawa. She had written to me about people vacationing abroad and, as she put it, ignoring rules that had been in place for quite some time. Annette, today I want to tell you what else we're going to be doing about this. In addition to suspending flights to sun destinations, international flights are now arriving at only 4 major Canadian airports. And no matter the flight, everyone must have proof of a negative PCR test taken within 72 hours of boarding. Starting today, people returning by land borders will also need to show proof of a negative PCR test taken within 72 hours before arrival. And all returning travelers must quarantine for 14 days after coming home or risk heavy fines and possible jail time. These are some of the strongest measures in the world. But with new variants emerging, we're stepping them up even further. Later today, Ministers Hajdu, Blair and LeBlanc will announce the details of new testing, quarantine and enforcement for everyone flying or driving back to Canada. These measures will take effect starting February 22nd. Putting these additional measures in place is a true team effort. To Canadian Airlines and border agents, thank you. To public health employees, to hotel workers and owners, thank you for all the work you're doing and for doing your part. Obviously, we've taken significant measures to keep Canadians safe, particularly given the threat of these new variants that are being developed or that are emerging elsewhere around the world. We know that our border measures are in place. There are already a number of exceptions for essential travelers, and we're continuing to look at ways to make sure that we're keeping them safe and Canadians safe, even as essential trade and medical services crisscross the border. At the same time, we're
aware that we need to be thoughtful and compassionate about people who are in extremely difficult situations and absolutely need to travel. We're not trying to punish people. We're trying to keep people safe. And keeping Canadians safe from the viruses and discouraging all non-essential travel and ensuring that if people do have to travel, they're doing the things that we can be certain are going to prevent the virus from spreading further in Canada, particularly given new variants. We will continue to work with people and the ministers involved. We'll continue to watch closely for additions or adjustments that need to be made to these measures. But every step of the way, what we are doing is to keep all Canadians safe. ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਇੱਕ ਚੰਗੀ ਤੇ ਵੱਡੀ ਖਬਰ ਸਾਹਮਣੇ ਆਈ ਹੈ। ਜਿਹੜੇ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨਗੇ ਉਹਨਾਂ ਨੂੰ ਵੀ ਆਸਾਨੀ ਦੇ ਨਾਲ PGWP ਯਾਨੀ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਜਾਵੇਗਾ। ਕੋਵਿਡ-19 ਦੇ ਕਰਕੇ ਕਈ ਤਰ੍ਹਾਂ ਦੀਆਂ ਟਰੈਵਲ ਰਿਸਟ੍ਰਿਕਸ਼ਨਸ ਕੈਨੇਡਾ ਵੱਲੋਂ ਲਗਾਈਆਂ ਗਈਆਂ। ਇਸ ਤਰ੍ਹਾਂ ਦੇ ਕਈ ਵਿਦਿਆਰਥੀ ਹਨ ਜੋ ਕਿ ਆਨਲਾਈਨ ਪੜ੍ਹਾਈ ਜਾਰੀ ਰੱਖ ਰਹੇ ਨੇ। ਅਜਿਹੇ ਦੇ ਵਿੱਚ ਉਹਨਾਂ ਨੂੰ PGWP ਲੈਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਜਾਂ ਦਿੱਕਤ ਨਹੀਂ ਆਵੇਗੀ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਦੀ ਅਪਡੇਟ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਆਨਲਾਈਨ ਪੜ੍ਹਾਈ ਕਰਨ ਵਾਲਿਆਂ ਨੂੰ ਵੀ ਆਸਾਨੀ ਦੇ ਨਾਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲੇਗਾ। ਬਾਕੀ ਸਾਰੀ ਜਾਣਕਾਰੀ ਅਪਡੇਟ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਵੱਡੀ ਅਪਡੇਟ ਸਾਹਮਣੇ ਆਈ ਹੈ। ਜੋ ਇੰਟਰਨੈਸ਼ਨਲ ਸਟੂਡੈਂਟਸ 100% ਆਨਲਾਈਨ ਪੜ੍ਹਾਈ ਕਰਨਗੇ ਉਹ ਵੀ PGWP ਯਾਨੀ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਹਨ। ਆਨਲਾਈਨ ਸਟੱਡੀ ਕਰਨ ਵਾਲੇ ਸਟੂਡੈਂਟਸ ਵੀ 3 ਸਾਲ ਦੇ ਓਪਨ ਵਰਕ ਪਰਮਿਟ ਦੇ ਯੋਗ ਹੋਣਗੇ। ਕੋਵਿਡ ਪੈਂਡੈਮਿਕ ਦੇ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਣਾ ਆਸਾਨ ਕੀਤਾ ਜਾ ਰਿਹਾ ਹੈ। ਪੈਂਡੈਮਿਕ ਤੋਂ ਪਹਿਲਾਂ ਆਨਲਾਈਨ ਪੜ੍ਹਾਈ ਕਰਨ ਵਾਲਿਆਂ ਨੂੰ PGWP ਐਪਲੀਕੇਸ਼ਨ ਦੇ ਲਈ ਕਾਊਂਟ ਨਹੀਂ ਕੀਤਾ ਜਾਂਦਾ ਸੀ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸੀਨੋ ਨੇ ਦੱਸਿਆ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਅੰਤਰਰਾਸ਼ਟਰੀ ਸਟੂਡੈਂਟਸ ਤੋਂ ਕੰਮ ਕਰਨ ਦਾ ਮੌਕਾ ਨਹੀਂ ਖੋਇਆ ਜਾਵੇਗਾ। ਇਹ ਅਪਡੇਟ ਕੈਨੇਡਾ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਕਿ PGWP ਨੂੰ 18 ਮਹੀਨਿਆਂ ਦੇ ਲਈ ਰੀਨਿਊ ਕੀਤਾ ਜਾਵੇਗਾ, ਇਸ ਤੋਂ ਕੁਝ ਹਫ਼ਤਿਆਂ ਬਾਅਦ ਹੀ ਆਈ ਹੈ। ਇਸ ਤੋਂ ਪਹਿਲਾਂ ਕਦੇ ਵੀ PGWP ਦੀ ਡਿਊਰੇਸ਼ਨ ਨਹੀਂ ਵਧਾਈ ਗਈ ਸੀ। ਇਹ ਉਹਨਾਂ ਸਟੂਡੈਂਟਸ ਦੇ ਉੱਪਰ ਲਾਗੂ ਹੋਵੇਗਾ ਜਿਨ੍ਹਾਂ ਦਾ ਸੈਮੈਸਟਰ ਸਪ੍ਰਿੰਗ 2020 ਤੋਂ ਫਾਲ 2021 ਦੇ ਵਿੱਚ ਸੀ। ਇਹ ਮਾਰਚ 2020 ਸਟੱਡੀ ਪ੍ਰੋਗਰਾਮ ਵਾਲਿਆਂ ਤੇ ਵੀ ਅਪਲਾਈ ਹੋਵੇਗਾ, ਜਦੋਂ ਸਭ ਤੋਂ ਪਹਿਲਾਂ ਕੈਨੇਡਾ ਵੱਲੋਂ ਕੋਵਿਡ-19 ਦੇ ਕਰਕੇ ਲਾਕਡਾਊਨ ਲਗਾਇਆ ਗਿਆ ਸੀ। ਇੰਟਰਨੈਸ਼ਨਲ ਸਟੂਡੈਂਟਸ ਨੂੰ PGWP ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਵੀ ਪੂਰਾ ਕਰਨਾ ਪਵੇਗਾ, ਜਿਸ ਦੇ ਵਿੱਚ ਅਪਰੂਵਡ ਸਟੱਡੀ ਪਰਮਿਟ ਹੋਣਾ ਸ਼ਾਮਿਲ ਹੈ। ਦੱਸ ਦਈਏ ਕਿ 2019 ਦੇ ਵਿੱਚ 5,72,000 ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਇਕਨੋਮੀ ਦੇ ਵਿੱਚ $21 ਬਿਲੀਅਨ ਦਾ ਯੋਗਦਾਨ ਪਾਇਆ। ਇਸੇ ਸਾਲ 58,000 ਗ੍ਰੈਜੂਏਟਸ ਕੈਨੇਡੀਅਨ PR ਬਣੇ। ਕੈਨੇਡਾ ਦੇ ਇਮੀਗ੍ਰੇਸ਼ਨ ਦੇ ਉੱਪਰ ਕਰੋਨਾ ਦਾ ਕਾਫੀ ਪ੍ਰਭਾਵ ਪਿਆ ਹੈ, ਜਿਸ ਦੇ ਕਰਕੇ ਇੱਥੇ ਪਾਬੰਦੀਆਂ ਲਗਾਈਆਂ ਗਈਆਂ, ਟਰੈਵਲ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ। ਹੁਣ ਕੈਨੇਡਾ ਦੇ ਵਿੱਚ ਉਹ ਇੰਟਰਨੈਸ਼ਨਲ ਸਟੂਡੈਂਟਸ ਆ ਸਕਦੇ ਹਨ ਜੋ ਕਿ DLI ਦੇ ਉੱਪਰ ਜਾ ਰਹੇ ਨੇ। ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਵੈਕਸੀਨ ਦੇ ਬਾਰੇ ਵਿੱਚ ਅਪਡੇਟ ਸਾਂਝੀ ਕੀਤੀ ਹੈ। ਫਾਈਜ਼ਰ ਤੇ ਮੋਡਰਨਾ ਦੀ ਸ਼ਿਪਮੈਂਟ ਦੇ ਵਿੱਚ ਡੀਲੇ ਹੋਇਆ। ਇਸ ਤੋਂ ਬਾਅਦ ਫੈਡਰਲ ਸਰਕਾਰ ਨੂੰ ਲਗਾਤਾਰ ਸਵਾਲ ਪੁੱਛੇ ਜਾਂਦੇ ਰਹੇ ਨੇ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਨਾਲ ਸੰਬੰਧਿਤ ਅਪਡੇਟ ਦਿੱਤੀ ਹੈ। ਉਹਨਾਂ ਕਿਹਾ ਕਿ ਜੋ ਬੈਚ ਹੈ ਇਹਨਾਂ ਦੋਹਾਂ ਟੀਕਿਆਂ ਦਾ ਯਾਨੀ ਕਿ ਫਾਈਜ਼ਰ ਤੇ ਮੋਡਰਨਾ ਦਾ ਕੈਨੇਡਾ ਨੂੰ ਜਲਦ ਹੀ ਪਹੁੰਚੇਗਾ ਤੇ ਨਾਲ ਹੀ ਹੋਰ ਆਰਡਰ ਵੀ ਉਹਨਾਂ ਵੱਲੋਂ ਕਰ ਦਿੱਤਾ ਗਿਆ। ਕਿੰਨੀ ਸ਼ਿਪਮੈਂਟ ਕਦੋਂ ਆਵੇਗੀ ਦੱਸਾਂਗੇ ਇਸ ਖਬਰ ਦੇ ਵਿੱਚ। ਫਾਈਜ਼ਰ ਵੈਕਸੀਨ ਦੀ ਡਿਲੀਵਰੀ ਦੇ ਬਾਰੇ ਕੈਨੇਡਾ ਦੇ ਕੋਲ ਅਪਡੇਟ ਪਹੁੰਚ ਗਈ ਹੈ। ਹੁਣ ਕੈਨੇਡਾ ਦੇ ਕੋਲ 4 ਮਿਲੀਅਨ ਕੋਵਿਡ ਵੈਕਸੀਨ ਡੋਜ਼ਸ ਆਉਣਗੀਆਂ, ਉਹ ਵੀ ਮਾਰਚ ਦੇ ਆਖਿਰ ਦੇ ਤੱਕ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਫਾਈਜ਼ਰ ਵੈਕਸੀਨ ਦੇ CEO ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ, ਜਿੱਥੇ ਉਸਨੇ ਇਸ ਵੈਕਸੀਨ ਦੀ ਡਿਲੀਵਰੀ ਨੂੰ ਕਨਫਰਮ ਕੀਤਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਜਿਵੇਂ ਹੀ ਇਹ ਆਰਡਰ ਟਾਰਗੇਟ ਪੂਰਾ ਹੋਵੇਗਾ, ਉਸ ਤੋਂ ਬਾਅਦ ਅਗਲਾ ਬੈਚ ਵੀ ਕੈਨੇਡਾ ਨੂੰ ਜਲਦ ਹੀ ਮਿਲਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਸਾਡੇ ਕੋਲ 10.8 ਮਿਲੀਅਨ ਡੋਜ਼ਸ ਫਾਈਜ਼ਰ ਵੈਕਸੀਨ ਦੀਆਂ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਆਉਣਗੀਆਂ। ਇਸ ਦੇ ਨਾਲ ਹੀ ਮੋਡਰਨਾ ਵੈਕਸੀਨ ਦੇ ਬਾਰੇ ਵਿੱਚ ਵੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਹੈ ਕਿ ਉਹਨਾਂ ਕੋਲ ਸੈਕੰਡ ਕੁਆਰਟਰ ਦੇ ਦੌਰਾਨ 23 ਮਿਲੀਅਨ ਡੋਜ਼ਸ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਦੀਆਂ ਪਹੁੰਚਣਗੀਆਂ, ਜਿਸ ਤੋਂ ਬਾਅਦ ਸਤੰਬਰ ਤੱਕ ਕੁੱਲ ਮਿਲਾ ਕੇ 84 ਮਿਲੀਅਨ ਡੋਜ਼ਸ ਕੈਨੇਡਾ ਨੂੰ ਮਿਲਣਗੀਆਂ। ਇਸ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ।
few weeks ago, I talked with the global CEO of Pfizer, Dr. Albert Bourla. Between that conversation and the excellent work done by Minister Anand, we have some updates to share today. We've received an updated delivery schedule from Pfizer that brings us to the end of March. And we can confirm we will be receiving the 4 million doses we've been committed to since last November from Pfizer by the end of that month. We will share the schedule with provinces and territories so they can prepare to get all those doses into people's arms. For the months following from Pfizer, we'll be getting the next doses soon. Of doses into Q2, so that we will receive 10.8 million doses of Pfizer between April and June, and all of our remaining doses of Pfizer in Q3 before the end of September. That is, we will have received 40 million doses from Pfizer by the end of September. That's part of the reason why we can say with such confidence that everyone who wants a vaccine in Canada will get one by the end of September. We've been continuing to work every single day on getting as many doses as possible, as quickly as possible, into Canadians' arms. ਰਾਤ ਸਮੇਂ ਪੰਜਾਬ ਸਮੇਤ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਲੋਕ ਡਰ ਦੇ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲੇ, ਸੁਰੱਖਿਅਤ ਥਾਵਾਂ ਦੇ ਉੱਪਰ ਪਹੁੰਚੇ ਨੇ। ਰਾਤ ਦੇ ਸਮੇਂ ਜੋ ਲੋਕ ਸੁੱਤੇ ਪਏ ਸਨ, ਉਹਨਾਂ ਨੂੰ ਰਿਸ਼ਤੇਦਾਰਾਂ ਨੇ ਫੋਨ ਕਰਕੇ ਜਗਾਇਆ ਤਾਂ ਕਿ ਉਹ ਆਪਣੀ ਸੁਰੱਖਿਅਤ ਕਿਸੇ ਥਾਂ ਦੇ ਉੱਪਰ ਜਾ ਸਕਣ। ਇੱਕ ਤੋਂ ਬਾਅਦ ਇੱਕ ਦੋ ਝਟਕੇ, 2 ਵਾਰ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸ ਦਈਏ ਕਿ ਇਸ ਦੇ ਵਿੱਚ ਚੰਗੀ ਖਬਰ ਹੈ ਕਿ ਕਿਸੇ ਤਰੀਕੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪੰਜਾਬ ਸਮੇਤ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਦੇਰ ਰਾਤ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦੇਖਣ ਨੂੰ ਮਿਲੀ ਹੈ। ਭਾਰਤੀ ਸਮੇਂ ਅਨੁਸਾਰ 10:31 ਤੇ ਭੂਚਾਲ ਦੇ ਜ਼ਬਰਦਸਤ ਝਟਕੇ ਲੱਗਣ ਦੇ ਕਾਰਨ ਲੋਕਾਂ ਦੇ ਵਿੱਚ ਕਾਫੀ ਡਰ ਫੈਲ ਗਿਆ, ਜਿਸ ਤੋਂ ਬਾਅਦ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਲਈ ਘਰਾਂ ਤੋਂ ਬਾਹਰ ਖੁੱਲੀਆਂ ਥਾਵਾਂ ਦੇ ਉੱਪਰ ਆ ਗਏ। ਭੂਚਾਲ ਦਾ ਇਹ ਸਿਲਸਿਲਾ ਕਰੀਬ 5 ਤੋਂ 10 ਮਿੰਟ ਤੱਕ ਚੱਲਿਆ। ਅਜੇ ਤੱਕ ਰਾਹਤ ਦੀ ਖਬਰ ਹੈ ਕਿ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਦੱਸ ਦਈਏ ਕਿ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਦਿੱਲੀ NRC ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਦੇਰ ਰਾਤ ਇਹ ਝਟਕੇ ਮਹਿਸੂਸ ਕੀਤੇ ਗਏ। ਇੱਕ ਤੋਂ ਬਾਅਦ ਇੱਕ 2 ਝਟਕੇ ਲੱਗੇ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਫੈਲ ਗਿਆ। ਭੂਚਾਲ ਦੇ ਝਟਕੇ ਆਉਣ ਤੋਂ ਬਾਅਦ ਘਰਾਂ ਦੇ ਵਿੱਚ ਰੱਖਿਆ ਸਮਾਨ ਹਿੱਲਣ ਲੱਗ ਗਿਆ। ਬਾਹਰ ਕੜਾਕੇ ਦੀ ਠੰਡ ਪੈ ਰਹੀ ਸੀ, ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆਉਣ ਦੇ ਲਈ ਮਜਬੂਰ ਹੋ ਗਏ। ਭੂਚਾਲ ਦੀ ਤੀਵਰਤਾ ਰਿਐਕਟਰ ਪੈਮਾਨੇ ਦੇ ਉੱਪਰ 7.5 ਦਰਜ ਕੀਤੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਅੰਮ੍ਰਿਤਸਰ ਨੇੜੇ ਜ਼ਮੀਨ ਦੇ ਵਿੱਚ 10 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਸੀ। ਦੱਸ ਦਈਏ ਭਾਰਤ ਦੇ ਨਾਲ-ਨਾਲ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਨੂੰ ਪ੍ਰਵਾਸੀ ਜਾਣੀ ਕਿ ਇਮੀਗ੍ਰੈਂਟਸ ਦੀ ਜ਼ਰੂਰਤ ਹੈ, ਕਿਉਂਕਿ ਇੱਥੇ ਪੋਪੂਲੇਸ਼ਨ ਘਟਦੀ ਜਾ ਰਹੀ ਹੈ। ਇਹ ਵੀ ਇਸ ਦਾ ਇੱਕ ਵੱਡਾ ਕਾਰਨ ਹੈ। ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਨੂੰ, ਜੋ ਕਿ ਹੁਣ 13 ਫਰਵਰੀ ਨੂੰ ਹੋਣ ਜਾ ਰਹੀਆਂ ਨੇ, ਪਾਰਟੀਆਂ ਨੇ ਵਾਅਦਾ ਕੀਤਾ ਹੈ ਕਿ ਵੱਧ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ ਤੇ ਇਮੀਗ੍ਰੇਸ਼ਨ ਨੂੰ ਬੂਸਟ ਕੀਤਾ ਜਾਵੇਗਾ। ਜਦੋਂ ਵੀ ਕੈਨੇਡਾ ਜਾਣ ਦੀ ਵਾਰੀ ਆਉਂਦੀ ਹੈ ਤਾਂ ਪ੍ਰਾਇੋਰਿਟੀ ਲਿਸਟ ਦੇ ਵਿੱਚ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਨਹੀਂ ਹੈ, ਤਵੱਜੋ ਜਿਹੜੀ ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਨੂੰ ਦਿੱਤੀ ਜਾਂਦੀ ਹੈ। ਪਰ ਹੁਣ ਇਹ ਪ੍ਰੋਵਿੰਸ ਚਾਹੁੰਦਾ ਹੈ ਕਿ ਇੱਥੇ ਵੱਧ ਤੋਂ ਵੱਧ ਪ੍ਰਵਾਸੀ ਆਉਣ। ਕੈਨੇਡਾ ਜਾਣ ਵਾਲਿਆਂ ਦੇ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਨੂੰ ਵੱਧ ਪ੍ਰਵਾਸੀਆਂ ਦੀ ਜ਼ਰੂਰਤ ਹੈ। ਇਲੈਕਸ਼ਨਸ ਕਰਕੇ ਪੋਲੀਟੀਕਲ ਪਾਰਟੀਆਂ ਦੇ ਲਈ ਵੀ ਇਮੀਗ੍ਰੇਸ਼ਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪ੍ਰੋਵਿੰਸ ਦੇ ਵਿੱਚ ਘਟਦੀ ਆਬਾਦੀ ਅਤੇ ਏਜਿੰਗ ਨੂੰ ਦੇਖਦਿਆਂ ਇਮੀਗ੍ਰੈਂਟਸ ਨੂੰ ਆਕਰਸ਼ਿਤ ਕੀਤਾ ਜਾ ਰਿਹਾ ਹੈ। ਜਦੋਂ ਪ੍ਰਵਾਸੀਆਂ ਦੀ ਕੈਨੇਡਾ ਦੇ ਵਿੱਚ ਆਉਣ ਦੀ ਗੱਲ ਹੁੰਦੀ ਹੈ ਤਾਂ ਇਸ ਪ੍ਰੋਵਿੰਸ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਪ੍ਰਵਾਸੀਆਂ ਦੀ ਪਹਿਲ ਜਾਣੀ ਕਿ ਪ੍ਰਾਇੋਰਿਟੀ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਹੈ। ਪ੍ਰੋਵਿੰਸ ਇਸ ਸਮੇਂ ਇਮੀਗ੍ਰੇਸ਼ਨ ਨੂੰ ਬੂਸਟ ਕਰਨਾ ਚਾਹੁੰਦਾ ਹੈ। ਇੱਥੇ 13 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਲਈ ਵੀ ਪੋਲੀਟੀਕਲ ਪਾਰਟੀਆਂ ਦੇ ਲਈ ਕੈਂਪੇਨਿੰਗ ਦੇ ਦੌਰਾਨ ਵੀ ਪ੍ਰਾਇੋਰਿਟੀ ਇਮੀਗ੍ਰੇਸ਼ਨ ਨੂੰ ਦਿੱਤੀ ਗਈ ਹੈ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਉਹਨਾਂ ਵੱਲੋਂ ਅਗਲੇ 5 ਸਾਲਾਂ ਦੇ ਵਿੱਚ 3 ਗੁਣਾ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਹਾਈ ਇਮੀਗ੍ਰੇਸ਼ਨ ਟਾਰਗੇਟਸ ਦਾ ਐਲਾਨ ਕੀਤਾ ਗਿਆ ਹੈ। ਜੇਕਰ ਤੁਸੀਂ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਨੂੰ ਆਪਣਾ ਨਵਾਂ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 2 ਆਪਸ਼ਨਸ ਨੇ। ਪਹਿਲਾ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਤੇ ਦੂਸਰਾ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ।
ਸੋ ਇੱਕ ਚੰਗੀ ਖਬਰ ਉਹਨਾਂ ਵਾਸਤੇ ਹੀ ਸਾਹਮਣੇ ਆਈ ਹੈ ਜਿਹੜੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਨੇ, ਕਿਉਂਕਿ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਵੱਲੋਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ ਕਿਉਂਕਿ ਇੱਥੇ ਇਮੀਗ੍ਰੈਂਟਸ ਦੀ ਜ਼ਰੂਰਤ ਹੈ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 14 ਸਾਲ ਦੀ ਲੜਕੀ ਦੇ ਗੋਲੀ ਲੱਗੀ ਹੈ। ਗੰਭੀਰ ਸੱਟਾਂ ਲੱਗੀਆਂ ਇਸ ਨੂੰ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲੜਕੀ ਇਸ ਸਮੇਂ ਜ਼ੇਰੇ ਇਲਾਜ ਹੈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਦੀ ਜਾਨ ਬਚ ਸਕਦੀ ਹੈ ਕਿਉਂਕਿ ਹਸਪਤਾਲ ਨੇ ਉਹਨਾਂ ਨੂੰ ਇਹ ਅਪਡੇਟ ਦਿੱਤੀ ਹੈ। ਇਸ ਦੌਰਾਨ 4 ਵਿਅਕਤੀਆਂ ਨੂੰ ਉਸ ਜਗ੍ਹਾ ਦੇ ਉੱਪਰ ਘੁੰਮਦੇ ਪਾਇਆ ਗਿਆ ਜਿੱਥੇ ਇਹ ਘਟਨਾ ਵਾਪਰੀ ਹੈ। ਪੁਲਿਸ ਨੇ ਕਿਹਾ ਕਿ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਵੀ ਇਸ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੈ ਤਾਂ ਉਹ ਉਹਨਾਂ ਦੇ ਨਾਲ ਜ਼ਰੂਰ ਸਾਂਝੀ ਕਰਨ ਤਾਂ ਕਿ ਇਸ ਦੇ ਬਾਰੇ ਵਿੱਚ ਪੂਰੀ ਪੜਤਾਲ ਕੀਤੀ ਜਾ ਸਕੇ। ਜੇਨ ਫਿੰਚ ਅਪਾਰਟਮੈਂਟ ਦੇ ਵਿੱਚ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਟੀਨੇਜਰ ਲੜਕੀ ਨੂੰ ਗੋਲੀ ਲੱਗੀ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਲੜਕੀ ਦੀ ਜਾਨ ਬਚ ਸਕਦੀ ਹੈ। ਇਹ ਜੋ ਘਟਨਾ ਵਾਪਰੀ ਹੈ ਇਸ ਦੌਰਾਨ ਜਿਸ ਲੜਕੀ ਨੂੰ ਗੋਲੀ ਲੱਗੀ ਉਸ ਦੀ ਉਮਰ 14 ਸਾਲ ਦੀ ਦੱਸੀ ਗਈ ਹੈ। ਇਸ ਟੀਨੇਜਰ ਨੂੰ ਸਿੱਖ ਕਿਡਜ਼ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਜੋ ਸੀਰੀਅਸ ਇੰਜਰੀਜ਼ ਇਸ ਨੂੰ ਆਈਆਂ ਇਸ ਦੇ ਕਰਕੇ ਹਸਪਤਾਲ ਦੇ ਵਿੱਚ ਲੜਕੀ ਦਾ ਇਲਾਜ ਚੱਲ ਰਿਹਾ ਹੈ। ਇੰਸਪੈਕਟਰ ਕੈਲੀ ਸਕਿਨਰ ਨੇ ਇਸ ਦੇ ਬਾਰੇ ਅਪਡੇਟ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਘਟਨਾ ਤੜਕੇ 3 ਵਜੇ ਜੇਨ ਸਟਰੀਟ ਅਤੇ ਫਿੰਚ ਐਵੀਨਿਊ ਕਾਰਨਰ ਨੇੜੇ ਵਾਪਰੀ ਹੈ। 4 ਆਦਮੀ ਇੱਥੇ ਪੈਦਲ ਘੁੰਮਦੇ ਦੇਖੇ ਗਏ। ਗੰਭੀਰ ਸੱਟਾਂ ਤੋਂ ਬਾਅਦ ਵੀ ਇਸ ਲੜਕੀ ਦੇ ਬਚਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਹਸਪਤਾਲ ਤੋਂ ਇਹ ਜਾਣਕਾਰੀ ਮਿਲੀ ਹੈ। ਪੁਲਿਸ ਵੱਲੋਂ ਉਹਨਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਉੱਥੇ ਘੁੰਮਦੇ ਦੇਖਿਆ ਗਿਆ ਸੀ। ਨਾਲ ਹੀ ਪੁਲਿਸ ਨੇ तमाम ਆਸ-ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਦੇ ਨਾਲ ਸੰਬੰਧਿਤ ਕੋਈ ਅਪਡੇਟ ਜਾਂ ਫਿਰ ਜਾਣਕਾਰੀ ਹੋਵੇ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕਰਨ ਤਾਂ ਕਿ ਇਸ ਮਾਮਲੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਸਕੇ ਅਤੇ ਇਸ ਦੇ ਕਾਰਨ ਦਾ ਪਤਾ ਲਗਾਇਆ ਜਾ ਸਕੇ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਭਾਰਤੀ ਨੇ ਗਲਤ ਤਰੀਕੇ ਦੇ ਨਾਲ ਗਲਤ ਜਾਣਕਾਰੀ ਦੇ ਕੇ ਕਰਜ਼ਾ ਲਿਆ। ਇਸ ਦੇ ਚੱਲਦਿਆਂ ਹੁਣ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਥੇ ਰਹਿਣ ਵਾਲੇ ਭਾਰਤੀ ਨੇ ਗਲਤ ਤਰੀਕੇ ਦੇ ਨਾਲ ਕਰਜ਼ ਮੰਗਿਆ ਅਤੇ ਇਸ ਦੋਸ਼ ਨੂੰ ਹੁਣ ਉਸ ਵੱਲੋਂ ਕਬੂਲ ਕਰ ਲਿਆ ਗਿਆ ਹੈ। ਦਰਅਸਲ ਇਹ ਵਿਅਕਤੀ ਭਾਰਤੀ ਮੂਲ ਦਾ ਅਮਰੀਕਾ 'ਚ ਰਹਿਣ ਵਾਲਾ ਇੰਜੀਨੀਅਰ ਹੈ ਜਿਸ ਨੇ ਆਪਣੇ ਬਿਜ਼ਨਸ ਦੇ ਬਾਰੇ ਦੇ ਵਿੱਚ ਗਲਤ ਜਾਣਕਾਰੀ ਦਿੱਤੀ ਅਤੇ $1 ਕਰੋੜ ਦਾ ਕਰਜ਼ ਲੈਣ ਦੇ ਲਈ ਆਪਣੇ ਜੁਰਮ ਨੂੰ ਹੁਣ ਕਬੂਲ ਕੀਤਾ ਹੈ। ਦਰਅਸਲ ਜਿਨ੍ਹਾਂ ਵੀ ਕਾਰੋਬਾਰਾਂ ਦੇ ਉੱਪਰ ਕੋਵਿਡ-19 ਦਾ ਅਸਰ ਪਿਆ ਉਸ ਦੇ ਵਾਸਤੇ ਉਹਨਾਂ ਛੋਟੇ ਕਾਰੋਬਾਰਾਂ ਦੇ ਲਈ ਮਦਦ ਦਾ ਐਲਾਨ ਕੀਤਾ ਗਿਆ ਸੀ। ਇਸ ਵਾਸਤੇ ਇਸ ਵਿਅਕਤੀ ਨੇ ਅਰਜ਼ੀ ਦਿੱਤੀ ਸੀ। ਜਾਣਕਾਰੀ ਮੁਤਾਬਕ ਕਿਹਾ ਗਿਆ ਕਿ ਇਹ 30 ਸਾਲ ਦੇ ਸ਼ਸ਼ਾਂਕ ਰਾਏ ਨੇ ਇੱਕ ਬੈਂਕ ਦੇ ਵਿੱਚ ਗਲਤ ਜਾਣਕਾਰੀ ਦੇਣ ਦੇ ਅਪਰਾਧ ਨੂੰ ਕਬੂਲ ਕਰ ਲਿਆ ਹੈ। ਰਾਏ ਨੇ 13 ਮਈ 2020 ਨੂੰ ਆਨਲਾਈਨ ਧੋਖਾਧੜੀ, ਬੈਂਕ ਧੋਖਾਧੜੀ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਗਲਤ ਜਾਣਕਾਰੀ ਦੇਣ ਦੇ ਛੋਟੇ ਬਿਜ਼ਨਸ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਲਗਾਏ ਗਏ ਸਨ। ਰਾਏ ਵੱਲੋਂ ਕਬੂਲ ਕਰ ਲਿਆ ਗਿਆ ਹੈ ਕਿ ਉਸ ਵੱਲੋਂ ਵੱਖ-ਵੱਖ ਬੈਂਕਾਂ ਨੂੰ ਅਰਜ਼ੀ ਦਿੱਤੀ ਗਈ ਸੀ। ਉਸ ਦਾ ਦਾਅਵਾ ਸੀ ਕਿ ਉਸ ਦੇ ਕਾਰੋਬਾਰ ਤੋਂ 250 ਮੁਲਾਜ਼ਮ ਸੈਲਰੀ ਲੈ ਰਹੇ ਹਨ ਜਦਕਿ ਇਸ ਕਾਰੋਬਾਰ ਦੇ ਵਿੱਚ ਕੋਈ ਵੀ ਮੁਲਾਜ਼ਮ ਨਹੀਂ ਲੱਗਾ ਹੋਇਆ ਸੀ। ਰਾਏ ਵੱਲੋਂ ਜੋ ਪਹਿਲਾਂ ਐਪਲੀਕੇਸ਼ਨ ਦਿੱਤੀ ਗਈ ਉਸ ਦੇ ਵਿੱਚ $1 ਕਰੋੜ ਦਾ PPP ਕਰਜ਼ਾ ਮੰਗਿਆ ਗਿਆ ਸੀ ਅਤੇ ਝੂਠਾ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ਦੇ ਵਿੱਚ 250 ਮੁਲਾਜ਼ਮ ਕੰਮ ਕਰਦੇ ਹਨ ਜਿਨ੍ਹਾਂ ਦੀ ਸੈਲਰੀ $40 ਲੱਖ ਮਾਸਿਕ ਹੈ। ਇਸ ਤੋਂ ਬਾਅਦ ਦੂਸਰੀ ਐਪਲੀਕੇਸ਼ਨ ਦੇ ਵਿੱਚ ਲਗਭਗ $30 ਲੱਖ ਦਾ PPP ਕਰਜ਼ਾ ਮੰਗਿਆ ਸੀ ਅਤੇ ਇਹ ਝੂਠਾ ਦਾਅਵਾ ਕੀਤਾ ਗਿਆ ਸੀ ਕਿ ਉਸ ਦੇ ਕਾਰੋਬਾਰ ਦੇ ਵਿੱਚ 250 ਮੁਲਾਜ਼ਮ ਕੰਮ ਕਰਦੇ ਹਨ ਜਿਨ੍ਹਾਂ ਦੀ ਪੂਰੀ ਮੰਥਲੀ ਸੈਲਰੀ $12 ਲੱਖ ਹੈ। ਅਮਰੀਕਾ ਦੇ ਵਿੱਚ ਟੈਕਸਸ ਦੇ ਵਿੱਚ ਇੱਕ ਵੱਡਾ ਹਾਦਸਾ ਸੜਕ ਦੇ ਉੱਪਰ ਵਾਪਰਿਆ ਜਿਸ ਦੇ ਵਿੱਚ 130 ਤੋਂ ਵੱਧ ਵਾਹਨ ਨੁਕਸਾਨੇ ਗਏ ਹਨ। ਇਸ ਹਾਦਸੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਦਰਜਨਾਂ ਹੀ ਲੋਕ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੱਤੀ ਗਈ ਹੈ ਕਿ ਖਰਾਬ ਮੌਸਮ ਦੇ ਕਰਕੇ ਬਰਫ਼ਬਾਰੀ ਦੇ ਕਰਕੇ ਸੜਕ ਦੇ ਉੱਪਰ ਤਿਲਕਣ ਬਣ ਗਈ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਅਮਰੀਕਾ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ ਜਿਸ ਦੇ ਵਿੱਚ 130 ਤੋਂ ਜ਼ਿਆਦਾ ਗੱਡੀਆਂ ਟਕਰਾਈਆਂ, 6 ਲੋਕਾਂ ਦੀ ਜਾਨ ਚਲੀ ਗਈ ਅਤੇ ਦਰਜਨਾਂ ਹੀ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ। ਇਹ ਹਾਦਸਾ ਅਮਰੀਕਾ ਦੇ ਟੈਕਸਸ ਦੇ ਇੱਕ ਹਾਈਵੇ ਦੇ ਉੱਪਰ ਵਾਪਰਿਆ। ਇਸ ਹਾਦਸੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਵੀ ਹੋਏ ਹਨ। ਹਾਦਸੇ ਦੇ ਵਿੱਚ 130 ਤੋਂ ਵੱਧ ਗੱਡੀਆਂ ਨੁਕਸਾਨੀਆਂ ਗਈਆਂ। ਇਸ ਹਾਦਸੇ ਦਾ ਕਾਰਨ ਸੜਕ ਦੇ ਉੱਪਰ ਤਿਲਕਣ ਦੱਸਿਆ ਗਿਆ ਹੈ। ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਈ ਜਿਸ ਦੇ ਕਰਕੇ ਹਰ ਪਾਸੇ ਤਿਲਕਣ ਦੀ ਸਥਿਤੀ ਜਾਣੀ ਕਿ ਸਿਚੁਏਸ਼ਨ ਬਣੀ ਹੋਈ ਹੈ। ਫੋਰਟ ਵਰਥ ਦੇ ਫਾਇਰ ਡਿਪਾਰਟਮੈਂਟ ਦੇ ਪ੍ਰਮੁੱਖ ਨੇ ਦੱਸਿਆ ਹੈ ਕਿ ਕਈ ਲੋਕ ਆਪਣੀਆਂ ਗੱਡੀਆਂ ਅੰਦਰ ਫਸ ਗਏ ਸਨ
ਅਤੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਹਾਈਡ੍ਰੋਲਿਕ ਇਕਵਿਪਮੈਂਟਸ ਦੀ ਵਰਤੋਂ ਕਰਨੀ ਪਈ। ਇਸ ਮੌਕੇ ਦੇ ਉੱਪਰ ਜਾਣਕਾਰੀ ਦਿੱਤੀ ਗਈ ਹੈ ਕਿ ਘੱਟੋ-ਘੱਟ 65 ਲੋਕਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 35 ਲੋਕਾਂ ਨੂੰ ਘਟਨਾ ਵਾਲੇ ਥਾਂ ਤੋਂ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਗਿਆ। ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹਾਦਸਾ ਸਵੇਰੇ 6 ਵਜੇ ਵਾਪਰਿਆ। ਖਰਾਬ ਮੌਸਮ, ਬਰਫ਼ਬਾਰੀ ਦਾ ਮੌਸਮ ਹੋਣ ਦੇ ਕਰਕੇ ਬਚਾਅ ਕਰਨ ਦੇ ਵਿੱਚ ਕਰਮਚਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਲਗਾਤਾਰ ਸੜਕ ਤੇ ਆਉਣ ਜਾਣ ਵਾਲਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮੌਸਮ ਖਰਾਬ ਹੋਣ ਦੇ ਚੱਲਦਿਆਂ ਉਸ ਸੜਕ ਦੇ ਉੱਪਰ ਆਪਣੇ ਵਾਹਨ ਨੂੰ ਚਲਾਉਂਦਿਆਂ ਜ਼ਿਆਦਾ ਧਿਆਨ ਦੇਣ। ਅਮਰੀਕਾ ਦੇ ਵਿੱਚ ਕੋਵਿਡ-19 ਦੇ ਕਰਕੇ ਜੋ ਨੁਕਸਾਨ ਹੋਇਆ, ਜਿਨ੍ਹਾਂ ਬਿਜ਼ਨਸ ਨੂੰ ਨੁਕਸਾਨ ਹੋਇਆ ਜਾਂ ਫਿਰ ਰਾਹਤ ਦੇਣ ਦੇ ਵਾਸਤੇ ਜੋ ਬਾਈਡਨ ਵੱਲੋਂ ਇੱਕ ਕਰੋਨਾ ਰਾਹਤ ਪੈਕੇਜ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਇਹ ਇੱਕ ਹੋਰ ਕਦਮ ਅੱਗੇ ਵਧ ਗਿਆ ਹੈ। ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਵੱਲੋਂ, ਸੰਸਦ ਮੈਂਬਰਾਂ ਵੱਲੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜੋ ਬਾਈਡਨ ਵੱਲੋਂ ਕਰੋਨਾ ਰਾਹਤ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਅਤੇ ਇਹ ਹੁਣ ਰਾਹਤ ਯੋਜਨਾ ਇੱਕ ਕਦਮ ਹੋਰ ਅੱਗੇ ਆ ਗਈ ਹੈ, ਕਿਉਂਕਿ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 1.9 ਲੱਖ ਕਰੋੜ ਡਾਲਰ ਦੇ ਕਰੋਨਾ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਅਤੇ ਸਦਨ ਦੀ ਕਮੇਟੀ ਨੇ ਇਸ ਨੂੰ ਮਨਜ਼ੂਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਲੱਖਾਂ ਹੀ ਅਮਰੀਕਨਸ ਨੂੰ $1400 ਮਿਲੇਗਾ ਅਤੇ ਇਸ ਦਾ ਪਹਿਲਾ ਰਾਹ ਸਾਫ਼ ਹੋ ਗਿਆ ਹੈ। ਉੱਥੇ ਹੀ ਰਿਪਬਲਿਕਨ ਪਾਰਟੀ ਨੇ ਇਸ ਨੂੰ ਕਾਫੀ ਖਰਚੀਲਾ, ਆਰਥਿਕ ਨੁਕਸਾਨ ਪਹੁੰਚਾਉਣ ਵਾਲਾ ਅਤੇ ਭੇਦਭਾਵ ਵਾਲਾ ਪੈਕੇਜ ਦੱਸਿਆ ਹੈ। ਦੀ ਵੇਜ ਐਂਡ ਮੀਨਸ ਕਮੇਟੀ ਨੇ ਅਗਲੇ 5 ਸਾਲਾਂ ਦੇ ਲਈ ਘੱਟੋ-ਘੱਟ ਮਜ਼ਦੂਰੀ ਦੀ ਰਾਸ਼ੀ ਨੂੰ $7.25 ਤੋਂ ਵਧਾ ਕੇ $15 ਪ੍ਰਤੀ ਹਫ਼ਤਾ ਕੀਤੇ ਜਾਣ ਨੂੰ ਮਨਜ਼ੂਰੀ ਦਿੱਤੀ ਸੀ। ਘੱਟੋ-ਘੱਟ ਮਨਜ਼ੂਰੀ ਵਧਾਏ ਜਾਣ ਦੇ ਬਾਰੇ ਵਿੱਚ ਪੁੱਛਣ ਤੇ ਸਦਨ ਦੀ ਸਪੀਕਰ ਨੈਂਸੀ ਨੇ ਕਿਹਾ, ਹਾਂ, ਮਨਜ਼ੂਰੀ ਮਿਲ ਗਈ ਹੈ। ਅਸੀਂ ਇਸ ਦੇ ਲਈ ਕਾਫੀ ਮਾਣ ਮਹਿਸੂਸ ਕਰ ਰਹੇ ਹਾਂ। ਡੈਮੋਕ੍ਰੈਟਿਕ ਨੇਤਾਵਾਂ ਨੂੰ ਉਮੀਦ ਹੈ ਕਿ ਇਸ ਮਹੀਨੇ ਦੇ ਆਖਿਰ ਤੱਕ ਸਦਨ ਦੇ ਵਿੱਚ ਇਸ ਨੂੰ ਸੈਨੇਟ ਦੀ ਮਨਜ਼ੂਰੀ ਦੇ ਨਾਲ ਪਾਸ ਕਰ ਦਿੱਤਾ ਜਾਵੇਗਾ ਅਤੇ ਮਾਰਚ ਦੇ ਮਿਡਲ ਤੱਕ ਬਾਈਡਨ ਦੇ ਦਫ਼ਤਰ ਤੋਂ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਕੈਨੇਡਾ ਦੀ ਇੱਕ ਵੱਡੀ ਜਹਾਜ਼ ਬਣਾਉਣ ਵਾਲੀ ਕੰਪਨੀ ਵੱਲੋਂ ਐਲਾਨ ਕੀਤਾ ਗਿਆ ਹੈ, ਜਿੱਥੇ ਕਈ ਕੰਮ ਕਰਨ ਵਾਲਿਆਂ ਨੂੰ ਆਪਣੀ ਨੌਕਰੀ ਗਵਾਉਣੀ ਪਵੇਗੀ। ਕਿੰਨੇ ਲੋਕਾਂ ਦੀ ਨੌਕਰੀ ਚਲੀ ਜਾਵੇਗੀ, ਇਸ ਦੀ ਜਾਣਕਾਰੀ ਖੁਦ ਕੰਪਨੀ ਨੇ ਸਾਂਝੀ ਕੀਤੀ ਹੈ। ਸਾਰੀ ਇਨਫੋਰਮੇਸ਼ਨ, ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਅੰਦਰ। ਕੈਨੇਡਾ ਦੀ ਜਹਾਜ਼ ਬਣਾਉਣ ਵਾਲੀ ਕੰਪਨੀ 1600 ਨੌਕਰੀਆਂ ਦੀ ਕਟੌਤੀ ਕਰਨ ਜਾ ਰਹੀ ਹੈ। ਜੀ ਹਾਂ, 1600 ਦੇ ਕਰੀਬ ਨੌਕਰੀਆਂ ਦੀ ਛਾਂਟੀ ਬੰਬਾਰਡਾਇਰ ਵੱਲੋਂ ਕੀਤੀ ਜਾਵੇਗੀ। ਇਹ ਜਾਣਕਾਰੀ ਖੁਦ ਕੰਪਨੀ ਵੱਲੋਂ ਸਾਂਝੀ ਕੀਤੀ ਗਈ ਹੈ। ਸਾਲ 2020 ਦੇ ਫਾਈਨੈਂਸ਼ੀਅਲ ਰਿਜ਼ਲਟਸ ਦਾ ਐਲਾਨ ਕਰਦੇ ਹੋਇਆਂ ਉਹਨਾਂ ਨੇ ਇਹ ਅਪਡੇਟ ਦਿੱਤੀ ਹੈ। ਕੰਪਨੀ ਵੱਲੋਂ ਕੈਸ਼ ਔਨ ਬੈਨੀਫਿਟ ਵਧਾਉਣ ਲਈ ਸੁਧਾਰ ਦੇ ਲਈ ਕਈ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਦੇ ਤਹਿਤ ਤਕਰੀਬਨ 1600 ਅਹੁਦਿਆਂ ਨੂੰ ਘੱਟ ਕੀਤਾ ਜਾ ਰਿਹਾ ਹੈ। ਕੰਪਨੀ ਦੇ ਮੁਖੀ ਅਤੇ CEO ਐਰਿਕ ਨੇ ਕਿਹਾ ਹੈ, ਕਾਸਟ ਰਿਡਕਸ਼ਨ ਦੀਆਂ ਯੋਜਨਾਵਾਂ ਦੇ ਤਹਿਤ ਕੰਪਨੀ ਵੱਲੋਂ ਆਪਣੀ ਆਈਕੋਨਿਕ ਲੀਅਰਜੈਟ ਲਾਈਨ ਦਾ ਉਤਪਾਦਨ ਵੀ ਖਤਮ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਚੌਥੇ ਕੁਆਰਟਰ ਦੇ ਵਿੱਚ ਇਸ ਦਾ ਉਤਪਾਦਨ ਬੰਦ ਕਰ ਦਿੱਤਾ ਜਾਵੇਗਾ। ਫਾਈਨੈਂਸ਼ੀਅਲ ਰਿਜ਼ਲਟਸ ਤੋਂ ਪਤਾ ਲੱਗਿਆ ਹੈ ਕਿ ਰੈਵਨਿਊ ਦੇ ਵਿੱਚ ਹਰ ਸਾਲ 3% ਦਾ ਵਾਧਾ ਹੋਇਆ। ਫਿਰ ਵੀ ਕੰਪਨੀ ਨੂੰ ਸਾਲ 2020 ਦੇ ਵਿੱਚ $56.8 ਕਰੋੜ ਦਾ ਘਾਟਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਗਵਾਉਣਾ ਪਿਆ, ਉੱਥੇ ਹੀ ਪੂਰੇ ਵਿਸ਼ਵ ਦੇ ਵਿੱਚ ਫਾਈਨੈਂਸ਼ੀਅਲ ਘਾਟੇ ਦਾ ਸਾਹਮਣਾ ਵੀ ਕੀਤਾ ਜਾ ਰਿਹਾ ਹੈ। ਇਸ ਸਭ ਨੂੰ ਦੇਖਦਿਆਂ ਹੀ ਹੁਣ ਕੰਪਨੀ ਵੱਲੋਂ 1600 ਅਹੁਦਿਆਂ ਦੀ ਛਾਂਟੀ ਕਰਨ ਦੀ ਗੱਲ ਕਹੀ ਗਈ ਹੈ। ਸਸਕੈਚੁਆਨ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ 541 ਨੂੰ ਸੱਦੇ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਕੈਨੇਡਾ ਵੱਲੋਂ ਜੋ ਟਾਰਗੇਟ ਰੱਖਿਆ ਗਿਆ ਹੈ, ਵੱਧ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ, ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜ਼ਿਆਦਾ ਡਰਾਅ ਕੱਢੇ ਜਾਣਗੇ। ਸਸਕੈਚੁਆਨ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ 541 ਨੂੰ ਸੱਦੇ ਜਾਰੀ ਕੀਤੇ ਗਏ। ਇਸ ਤਹਿਤ ਸਸਕੈਚੁਆਨ ਐਕਸਪ੍ਰੈਸ ਐਂਟਰੀ ਅਤੇ ਆਕੂਪੇਸ਼ਨ ਇਨ ਡਿਮਾਂਡ ਇਮੀਗ੍ਰੇਸ਼ਨ ਸਬ ਕੈਟੇਗਰੀਜ਼ ਦੇ ਅਧੀਨ ਪ੍ਰੋਵਿੰਸ਼ੀਅਲ ਨੋਮੀਨੀ PR ਵਾਸਤੇ ਸੱਦੇ ਜਾਰੀ ਕੀਤੇ ਗਏ। ਇਹ ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਫਰਵਰੀ 11, 2021 ਨੂੰ ਕੱਢਿਆ ਗਿਆ। 344 ਕੈਂਡੀਡੇਟਸ ਨੂੰ ਐਕਸਪ੍ਰੈਸ ਐਂਟਰੀ ਸਬ ਕੈਟੇਗਰੀ ਦੇ ਤਹਿਤ ਇਨਵਾਈਟ ਕੀਤਾ ਗਿਆ। 197 ਇਨਵੀਟੇਸ਼ਨ ਆਕੂਪੇਸ਼ਨ ਇਨ ਡਿਮਾਂਡ ਕੈਂਡੀਡੇਟਸ ਨੂੰ ਦਿੱਤੇ ਗਏ। ਦੱਸ ਦਈਏ ਕਿ ਉਮੀਦਵਾਰਾਂ ਨੂੰ 72 ਐਕਸਪ੍ਰੈਸ਼ਨ ਆਫ ਇੰਟਰਸਟ ਸਕੋਰਸ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਉਮਰ, ਪੜ੍ਹਾਈ, ਕੰਮ ਦੇ ਤਜਰਬੇ ਦੇ ਆਧਾਰ ਦੇ ਉੱਪਰ ਦਿੱਤੇ ਜਾਂਦੇ ਹਨ। ਉਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾਂਦੇ ਹਨ ਜਿਨ੍ਹਾਂ ਕੋਲ 99 ਐਲੀਜੀਬਲ ਕੰਮ ਦਾ ਤਜਰਬਾ ਹੁੰਦਾ ਹੈ। ਦੱਸ ਦਈਏ ਕਿ ਕੈਨੇਡਾ ਵੱਲੋਂ ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ, ਜੋ ਕਿ 2021 ਤੋਂ 2023 ਤੱਕ ਦਾ ਐਲਾਨ ਕੀਤਾ ਗਿਆ, ਟਾਰਗੇਟ ਰੱਖਿਆ ਗਿਆ ਹੈ ਕਿ ਸਾਲਾਨਾ ਕੈਨੇਡਾ ਦੇ ਅੰਦਰ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ
ਹਾਲ ਹੀ ਦੇ ਵਿੱਚ ਖਬਰ ਸਾਹਮਣੇ ਆਈ ਸੀ ਕਿ 2020 ਦੇ ਵਿੱਚ ਜੋ ਟਾਰਗੇਟ ਮਿੱਥਿਆ ਗਿਆ ਸੀ ਉਹ ਪੂਰਾ ਨਹੀਂ ਹੋ ਸਕਿਆ ਕਿਉਂਕਿ ਕੈਨੇਡਾ ਵੱਲੋਂ 1,84,000 ਦੇ ਕਰੀਬ ਪ੍ਰਵਾਸੀਆਂ ਦਾ ਹੀ ਸਵਾਗਤ ਕੀਤਾ ਗਿਆ। ਪਰ ਹੁਣ ਕੈਨੇਡਾ ਚਾਹੁੰਦਾ ਹੈ ਕਿ ਇਮੀਗ੍ਰੇਸ਼ਨ ਦੀ ਰਿਕਵਰੀ ਨੂੰ ਪੂਰਾ ਕੀਤਾ ਜਾਵੇ। ਇਸ ਦੇ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਡਰਾਅ ਕੱਢੇ ਜਾਣਗੇ। ਅਲਬਰਟਾ ਵੱਲੋਂ ਲਾਜ਼ਮੀ ਕੀਤਾ ਗਿਆ ਹੈ ਕਿ ਹੁਣ ਬਾਰਡਰ ਦੇ ਰਾਹੀਂ ਜਾਣੀ ਕਿ ਰਸਤੇ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਵੀ ਇੱਥੇ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਪਵੇਗਾ। ਇਸ ਦੀ ਸ਼ੁਰੂਆਤ ਸੋਮਵਾਰ ਤੋਂ ਕੀਤੀ ਜਾਵੇਗੀ। ਨਾਲ ਹੀ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਤੇ ਕੀ ਹੈ ਕੈਨੇਡਾ ਦੇ ਵਿੱਚ ਇਸ ਸਮੇਂ ਕੋਵਿਡ-19 ਦੀ ਮੌਜੂਦਾ ਸਥਿਤੀ। ਓਨਟਾਰੀਓ ਦੇ ਵਿੱਚ ਸਟੇ ਐਟ ਹੋਮ ਇੱਥੋਂ ਦੇ 27 ਰੀਜਨਸ ਦੇ ਵਿੱਚ ਜਾਰੀ ਰਹੇਗਾ। 24 ਘੰਟਿਆਂ ਦੌਰਾਨ ਇੱਥੇ 1076 ਦੇ ਕਰੀਬ ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ। ਟੋਰਾਂਟੋ ਤੋਂ 361, ਪੀਲ ਰੀਜਨ ਤੋਂ 210, ਯਾਰਕ ਰੀਜਨ ਤੋਂ 122 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 984 ਕਰੋਨਾ ਵਾਇਰਸ ਦੇ ਮਾਮਲੇ ਰਿਕਾਰਡ ਕੀਤੇ ਗਏ। ਇਸ ਦੇ ਨਾਲ ਹੀ 25 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਾਰਨ ਇੱਥੇ ਗਈ ਹੈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 2,74,831 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 2,54,000 ਦੇ ਕਰੀਬ ਰਿਕਵਰ ਕੇਸ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 849 ਦੇ ਕਰੀਬ ਹੈ, ਜਿਨ੍ਹਾਂ ਦੇ ਵਿੱਚੋਂ 137 ਇੰਟੈਂਸਿਵ ਕੇਅਰ ਅਧੀਨ ਨੇ। 24 ਘੰਟਿਆਂ ਦੌਰਾਨ ਮੈਨੀਟੋਬਾ ਤੋਂ 81 ਮਾਮਲੇ ਸਾਹਮਣੇ ਆਏ ਅਤੇ 4 ਮੌਤਾਂ ਦਰਜ ਕੀਤੀਆਂ ਗਈਆਂ। ਉਧਰ ਦੱਸ ਦਈਏ ਕਿ ਅਲਬਰਟਾ ਦੇ ਵਿੱਚ ਬਾਰਡਰ ਦੇ ਰਾਹੀਂ ਆਉਣ ਵਾਲੇ ਟਰੈਵਲਰਸ ਨੂੰ ਹੁਣ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਦੀ ਸ਼ੁਰੂਆਤ ਸੋਮਵਾਰ ਤੋਂ ਹੋਵੇਗੀ। ਪਬਲਿਕ ਹੈਲਥ ਡਾਕਟਰ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਹੁਣ ਕੋਵਿਡ ਨੈਗੇਟਿਵ PCR ਰਿਪੋਰਟ ਦਿਖਾਉਣੀ ਪਵੇਗੀ ਜਿਹੜੇ ਵੀ ਅਲਬਰਟਾ ਆਉਣਗੇ। ਕੈਨੇਡਾ ਦੇ ਵਿੱਚ ਹੁਣ ਤੱਕ 8,19,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 1,134 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਹਨ। 7,60,000 ਦੇ ਕਰੀਬ ਉਹ ਮਾਮਲੇ ਹਨ ਜਿਨ੍ਹਾਂ ਨੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ, ਜਾਣੀ ਕਿ ਰਿਕਵਰਡ ਕੇਸ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫੇਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਟਰੈਵਲ ਪਾਬੰਦੀਆਂ ਦੇ ਬਾਰੇ ਕਰ ਦਿੱਤਾ ਐਲਾਨ, 22 ਫਰਵਰੀ ਤੋਂ ਲਾਗੂ ਹੋਣਗੇ ਨਿਯਮ। ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ ਵਰਕ ਪਰਮਿਟ ਬਾਰੇ ਅਪਡੇਟ, ਆਨਲਾਈਨ ਪੜ੍ਹਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਿਲੇਗਾ PGWP। ਕੈਨੇਡਾ ਦੇ ਲਈ ਕੋਵਿਡ-19 ਟੀਕੇ ਦੀ ਚਿੰਤਾ ਹੋਈ ਖਤਮ, ਟਰੂਡੋ ਤੋਂ ਸੁਣੋ ਕਿ ਕਿਵੇਂ ਮਿਲੇਗੀ ਵੈਕਸੀਨ। ਰਾਤ ਨੂੰ ਪੰਜਾਬ ਸਮੇਤ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਭੂਚਾਲ, ਵੱਡੇ ਨੁਕਸਾਨ ਤੋਂ ਹੋਇਆ ਬਚਾਅ। ਕੈਨੇਡਾ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ, ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਨੂੰ ਪ੍ਰਵਾਸੀਆਂ ਦੀ ਜ਼ਰੂਰਤ। 14 ਸਾਲ ਦੀ ਲੜਕੀ ਗੋਲੀ ਲੱਗਣ ਦੇ ਕਾਰਨ ਜ਼ਖਮੀ, ਹਸਪਤਾਲ ਦੇ ਵਿੱਚ ਲੜਕੀ ਦਾ ਚੱਲ ਰਿਹਾ ਇਲਾਜ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।